ਪੰਜਾਬੀ ਦੇ ਵਿੱਚ ਆਮ ਕਿਹਾ ਜਾਂਦਾ ਹੈ ਕਿ ਜੇ ਲੋੜ ਹੋਵੇ ਤਾਂ ਕੰਧ ਨੂੰ ਪੁੱਛ ਲਈਦਾ। ਪੰਜਾਬ ਸਰਕਾਰ ਨਾਲ ਤਾਂ ਅੱਜ ਉਹ ਹੋਈ ਆਮ ਆਦਮੀ ਪਾਰਟੀ ਨਾਲ ਜਿਹੜੀ ਕਿਸੇ ਨਾਲ ਨਾ ਹੋਵੇ। ਸਵੇਰੇ ਤਿਆਰੀਆਂ ਸੀ ਸਾਰੀਆਂ ਔਰ ਸੱਜ ਧੱਜ ਕੇ ਅਸੀਂ ਵਿਧਾਨ ਸਭਾ 'ਚ ਜਾਣਾ ਸੀ ਔਰ ਸ਼ਾਮ ਨੂੰ ਦੇਰ ਸ਼ਾਮ ਨੂੰ ਗਵਰਨਰ ਸਾਹਿਬ ਨੇ ਕਿਹਾ ਨਾ ਮੈਂ ਕਾਨੂੰਨੀ ਰਾਏ ਲੈ ਲਈ ਆ, ਇਹ ਐਸਟੈਬਲਿਸ਼ ਹੋ ਗਿਆ ਕਿ ਇਹਦੀ ਲੋੜ ਨਹੀਂ ਜਾਂ ਇਹ ਨਿਯਮਾਂ ਅਨੁਸਾਰ ਜ਼ਰੂਰੀ ਨਹੀਂ ਹੈ। ਹੁਣ ਵੇਖਣ ਵਾਲੀ ਗੱਲ ਆ ਕਿ ਸਰਕਾਰਾਂ ਦੇ ਵਿੱਚ ਅਫਸਰ ਸਾਰੇ ਉਹਨਾਂ ਦੇ ਅੱਖਾਂ ਤੇ ਕੰਨ ਹੁੰਦੇ ਆ। ਆਮ ਤੌਰ ਤੇ ਪੋਲੀਟੀਸ਼ੀਅਨਸ ਨੂੰ ਦੱਸਿਆ ਜਾਂਦਾ 30 40 ਸਾਲ ਦੇ ਸਰਕਾਰਾਂ ਹੀ ਚਲਾ ਰਹੇ ਲੋਕ ਦੱਸਦੇ ਹੁੰਦੇ ਆ ਵੀ ਕੀ ਕਰਨਾ ਹੈ। ਬੜੀ ਸਿੰਪਲ ਤੇ ਸਧਾਰਨ ਜੀ ਗੱਲ ਅਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਜਦੋਂ ਸੰਵਿਧਾਨਕ ਤੌਰ ਤੇ ਸਵਾਲ ਉਠਾਏ ਜਾ ਰਹੇ ਆ ਤਾਂ ਕੋਈ ਹੋਰ ਰਾਹ ਕੱਢ ਲਓ। ਤੁਸੀਂ ਪਾਣੀਆਂ ਦੇ ਮੁੱਦੇ ਤੇ ਡਿਸਕਸ਼ਨ ਲਈ ਬਹਿਸ ਸੱਦ ਲਓ, ਕਿਸੇ ਨੇ ਮਨਾ ਨਹੀਂ ਸੀ ਕਰਨਾ। ਤੁਸੀਂ ਪੰਜਾਬ ਦੀ ਇਕਨੋਮੀ ਦੇ ਉੱਤੇ ਵਿਧਾਨ ਸਭਾ ਦਾ ਸੈਸ਼ਨ ਸੱਦ ਲੈਂਦੇ ਡਿਸਕਸ਼ਨ ਲਈ, ਕੀ ਮੁਸ਼ਕਲ ਸੀ? ਔਰ ਉਹਦੇ ਵਿੱਚ ਇੱਕ ਸਧਾਰਨ ਮੈਂਬਰ ਬਿੱਲ ਲੈ ਆਉਂਦਾ, ਇੱਕ ਸਧਾਰਨ ਮੈਂਬਰ ਮਤਾ ਅੱਗੇ ਵਧਾ ਦਿੰਦਾ ਕਿ ਦੇਖੋ ਅਸੀਂ ਆਪਣੀ ਬਹੁਮਤ ਵੀ ਸਾਬਤ ਕਰਦੇ ਹਾਂ ਔਰ ਤੁਸੀਂ ਉੱਥੇ ਭਰੋਸੇ ਦਾ ਵੋਟ ਲੈ ਲੈਂਦੇ। ਕੀ ਮੁਸ਼ਕਲ ਸੀ? ਪਰ ਹੁਣ ਸਵਾਲ ਪੰਜਾਬ ਸਰਕਾਰ ਦੇ ਨਾਲ ਨਾਲ ਉਹਦੇ ਸਲਾਹਕਾਰਾਂ ਤੇ ਨੇ ਔਰ ਨਾਲ ਦੀ ਨਾਲ ਕੇਜਰੀਵਾਲ ਸਾਹਿਬ ਜਿਨ੍ਹਾਂ ਨੇ ਭਗਵੰਤ ਮਾਨ ਨੂੰ ਡਿਕਟੇਟ ਕੀਤਾ। ਇੰਜ ਸਾਫ਼ ਲੱਗ ਰਿਹਾ ਕਿ ਜਦੋਂ ਉਹ ਜਰਮਨ ਤੋਂ ਆਉਂਦੇ ਨੇ ਸਿੱਧੇ ਉਹਨਾਂ ਨੂੰ ਮਿਲਦੇ ਆ ਤੇ ਦੋ ਗੱਲਾਂ, ਇੱਕ ਤਾਂ ਵਿਸ਼ੇਸ਼ ਸੱਤਰ ਵਿਧਾਨ ਸਭਾ ਦਾ ਔਰ ਦੂਜਾ 올ਡ ਪੈਨਸ਼ਨ, ਦੋਨਾਂ ਦੀ ਅਨਾਉਂਸਮੈਂਟ ਹੁੰਦੀ ਹੈ। ਭਾਸਕਰ ਸਾਹਿਬ ਗਵਰਨਰ ਸਾਹਿਬ ਦੇ ਪ੍ਰਿੰਸੀਪਲ ਸੈਕਟਰੀ ਚਿੱਠੀ ਲਿਖਦੇ ਆ ਵਿਧਾਨ ਸਭਾ ਦੇ ਸਕੱਤਰ ਨੂੰ, ਸੈਕਟਰੀ ਨੂੰ, ਸੁਰਿੰਦਰਪਾਲ ਜੀ ਨੂੰ, ਔਰ ਉਹ ਚਿੱਠੀ ਸਾਰਿਆਂ ਕੋਲ ਹੀ ਹੁਣ ਤਾਂ ਉਹ ਫਲੋਟ ਹੋ ਰਹੀ ਹੈ ਔਰ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਕੱਲ ਦਾ ਵਿਧਾਨ ਸਭਾ ਦਾ ਸੈਸ਼ਨ ਵਾਪਸ ਲਿਆ ਜਾਂਦਾ। ਭਾਸਕਰ ਸਾਹਿਬ ਉਹ ਚਿੱਠੀ ਦਾ ਲਬੋ ਲਬਾਬ ਸੁਣਾਇਓ, ਫਿਰ ਸਰਦਾਰ ਤਰਲੋਚਨ ਸਿੰਘ ਹੋਰਾਂ ਤੋਂ ਪੁੱਛਦੇ ਆ ਕਿ ਸੰਵਿਧਾਨਕ ਤੌਰ ਦੇ ਉੱਤੇ ਗਵਰਨਰ ਦੇ ਇਸ ਐਕਟ ਨੂੰ ਚੈਲੰਜ ਵੀ ਕੀਤਾ ਜਾ ਸਕਦਾ। ਗਵਰਨਰ ਅਥਾਰਟੀ ਨੇ ਪੂਰੀ ਤਰ੍ਹਾਂ ਇਸ ਤਰ੍ਹਾਂ ਦੇ ਫੈਸਲੇ ਲੈਣ ਲਈ ਔਰ ਉਹਨਾਂ ਜਿਹੜੇ ਆਧਾਰ ਬਣਾਏ ਨੇ ਪ੍ਰਤਾਪ ਸਿੰਘ ਬਾਜਵਾ ਔਰ ਸੁਖਪਾਲ ਸਿੰਘ ਖਹਿਰਾ ਤੇ ਬਾਕੀ ਲੋਕਾਂ ਦੇ ਕਹੇ ਅਨੁਸਾਰ ਜਾਂ ਉਹਨਾਂ ਦੀ ਮੰਗ ਅਨੁਸਾਰ, ਭਾਸਕਰ ਸਾਹਿਬ ਚਿੱਠੀ ਦੱਸਿਓ ਜ਼ਰਾ ਹੈ ਕੀ ਦਰਜ? ਜੀ ਬਿਲਕੁਲ ਰੰਧਾਵਾ ਜੀ, ਜਿਹੜੀ ਚਿੱਠੀ ਲਿਖੀ ਹੈ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਜੇ.ਐਮ. ਬਾਲਾ ਮੁਰੁਗਨ ਯਾਨੀ ਪ੍ਰਿੰਸੀਪਲ ਸੈਕਟਰੀ ਟੂ ਗਵਰਨਰ ਨੇ, ਉਹਨਾਂ ਨੇ ਵਿਧਾਨ ਸਭਾ ਦੇ ਸੈਕਟਰੀ ਨੂੰ ਸੁਰਿੰਦਰਪਾਲ ਉਹਨਾਂ ਨੂੰ ਇਹ ਚਿੱਠੀ ਲਿਖੀ ਹੈ। ਕੱਲ ਵੀ ਇੱਕ ਇਸ ਤਰ੍ਹਾਂ ਦੀ ਚਿੱਠੀ ਲਿਖੀ ਗਈ ਸੀ ਜਿਹਦੇ ਵਿੱਚ ਉਸ ਸਪੈਸ਼ਲ ਸੈਸ਼ਨ ਜਿਹੜਾ ਕੌਨਫੀਡੈਂਸ ਮੋਸ਼ਨ ਓਨਲੀ ਵਾਸਤੇ ਬੁਲਾਇਆ ਗਿਆ ਉਹਦੀ ਇਜਾਜ਼ਤ ਦਿੱਤੀ ਸੀ। ਇੱਕ ਦਿਨ ਤੋਂ ਬਾਅਦ ਗਵਰਨਰ ਸਾਹਿਬ ਨੇ ਇੱਕ ਲੈਟਰ, ਇੱਕ ਰਿਕੁਐਸਟ ਆਉਣ ਤੋਂ ਬਾਅਦ ਉਹ ਲੈਟਰ ਆਉਂਦਾ ਹੈ ਸੁਖਪਾਲ ਸਿੰਘ ਖਹਿਰਾ ਦਾ ਔਰ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦਾ, ਫਿਰ ਅਸ਼ਵਨੀ ਸ਼ਰਮਾ ਜਿਹੜੇ ਪ੍ਰਧਾਨ ਨੇ ਭਾਜਪਾ ਦੇ, ਉਹਨਾਂ ਦੀ ਰਿਕੁਐਸਟ ਤੇ ਗੌਰ ਕਰਦੇ ਹੋਏ ਲੀਗਲ ਕੰਸਲਟੇਸ਼ਨ ਤੋਂ ਬਾਅਦ ਅੱਜ ਗਵਰਨਰ ਸਾਹਿਬ ਇਹ ਫੈਸਲਾ ਲੈਂਦੇ ਨੇ ਕਿ ਕੱਲ ਦਾ ਜਿਹੜਾ ਸਪੈਸ਼ਲ ਸੈਸ਼ਨ ਹੈਗਾ, ਜੋ ਮੇਨ ਰੀਜ਼ਨ ਜਿਹਦਾ ਰੱਖਿਆ ਗਿਆ ਕਿ ਕੌਨਫੀਡੈਂਸ ਮੋਸ਼ਨ ਓਨਲੀ, ਇਹ ਓਨਲੀ ਸ਼ਬਦ ਜ਼ਰੂਰ ਜੋੜਿਆ ਹੋਇਆ ਇਨਵਰਟਡ ਕੋਮੇ ਦੇ ਵਿੱਚ, ਉਹਨੂੰ ਉਹਦੀ ਜਿਹੜੀ ਪਰਮਿਸ਼ਨ ਕੱਲ ਦਿੱਤੀ ਸੀ ਉਹ ਕੈਂਸਲ ਕਰ ਲਿੱਤੀ ਗਈ ਹੈ। ਉਸ ਤੋਂ ਬਾਅਦ ਜਿਹੜੀ ਤਿਆਰੀ ਆਮ ਆਦਮੀ ਪਾਰਟੀ ਦੀ ਸੀਗੀ, ਖਾਸ ਕਰਕੇ ਉਸ ਪੈਟਰਨ ਦੇ ਉੱਤੇ ਜਿੱਦਾਂ ਦਾ ਉਹਨਾਂ ਨੇ ਆਪਰੇਸ਼ਨ ਲੋਟਸ ਨੂੰ ਉਠਾਉਣ ਤੋਂ ਬਾਅਦ ਦਿੱਲੀ ਦੇ ਵਿੱਚ ਸਪੈਸ਼ਲ ਸੈਸ਼ਨ ਬੁਲਾ ਕੇ ਕੌਨਫੀਡੈਂਸ ਮੋਸ਼ਨ ਬੁਲਾਇਆ ਸੀ, ਲਿੱਤਾ ਸੀਗਾ ਵਿਧਾਨ ਸਭਾ ਦੇ ਵਿੱਚ, ਉਹਦੇ ਉੱਤੇ ਮੈਨੂੰ ਲੱਗਦਾ ਹੈ ਕਿ ਹੁਣ ਲਾਸਟ ਮਿੰਟ ਤੇ 11th ਆਵਰਸ ਤੇ ਰੋਕ ਲੱਗ ਗਈ ਹੈ। ਔਰ ਕੱਲ ਜਿੰਨੀ ਕੁ ਤਿਆਰੀਆਂ ਕੀਤੀ ਹੋਈ ਸੀ ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਕ੍ਰਿਟੀਸਾਈਜ਼ ਕਰਨ ਵਾਸਤੇ, ਆਪਰੇਸ਼ਨ ਲੋਟਸ ਦੇ ਉੱਤੇ ਗੱਲਾਂ ਬਾਤਾਂ ਕਰਨ ਵਾਸਤੇ ਵਿਧਾਨ ਸਭਾ ਦੇ ਪਟਲ ਦੇ ਉੱਤੇ, ਉਹ ਸਾਰੀ ਪਲੈਨਿੰਗ ਧਰੀ ਦੀ ਧਰੀ ਰਹਿ ਗਈ ਹੈ। ਇਸ ਨੂੰ ਚੈਲੰਜ ਕੀਤਾ ਜਾ ਸਕਦਾ ਕਿ ਨਹੀਂ, ਉਹ ਅਸੀਂ ਸਰਦਾਰ ਤਰਲੋਚਨ ਸਿੰਘ ਜੀ ਨੂੰ ਪੁੱਛਾਂਗੇ। ਆਪਾਂ ਸਿਆਸੀ ਅਸਰਾਂ ਦੀ ਗੱਲ ਤੁਹਾਡੇ ਨਾਲ ਕਰਾਂਗੇ। ਮੈਨੂੰ ਸਰਦਾਰ ਤਰਲੋਚਨ ਸਿੰਘ ਜੀ ਦੱਸਿਓ, ਗਵਰਨਰ ਦਾ ਇਹ ਐਕਟ ਸੰਵਿਧਾਨ ਦੇ ਦਾਇਰੇ 'ਚ ਇਹਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ? ਸਰਕਾਰ ਇਸ ਵੇਲੇ ਕਿਸ ਤਰ੍ਹਾਂ ਮਹਿਸੂਸ ਕਰ ਰਹੀ ਹੋਊਗੀ? ਔਰ ਕੇਜਰੀਵਾਲ ਸਾਹਿਬ ਔਰ ਭਗਵੰਤ ਮਾਨ ਲਈ ਇੱਕ ਨਵੀਂ ਪ੍ਰੀਖਿਆ ਪੈ ਗਈ, ਤੁਸੀਂ ਇਹਨੂੰ ਆਪਣੇ ਅਨੁਭਵ ਦੇ ਹਿਸਾਬ ਨਾਲ ਕਿਵੇਂ ਵੇਖ ਰਹੇ ਹੋ? ਦੇਖੋ ਰੰਧਾਵਾ ਜੀ, ਤੁਸੀਂ ਬਹੁਤ ਅੱਛਾ ਇਹ ਡਿਬੇਟ ਕਰ ਰਹੇ ਹੋ, ਬੜੇ ਟਾਈਮਲੀ। ਦੇਖੋ ਸਾਰੀਆਂ ਗੱਲਾਂ ਜਦੋਂ ਆਪਾਂ ਡਿਸਕਸ ਕਰ ਰਹੇ ਹਾਂ ਔਰ ਤੁਹਾਡੇ ਦੋਨੋਂ ਤੁਸੀਂ ਟਾਪ ਜਰਨਲਿਸਟ, ਟਾਪ ਐਂਕਰ ਬੈਠੇ ਹੋ, ਸਾਰੀਆਂ ਗੱਲਾਂ ਲੀਗੈਲਿਟੀ ਨਹੀਂ ਹੁੰਦੀਆਂ, ਉਹਦੇ ਵਿੱਚ ਮੋਰੈਲਿਟੀ ਵੀ ਹੁੰਦੀ ਹੈ। ਸਵਾਲ ਇਹ ਹੈ ਕਿ ਆਪਣੇ ਸਾਹਮਣੇ ਪਹਿਲੀ ਗੱਲ ਤਾਂ ਇਹ ਲਾ ਹੈ ਕਿ ਗਵਰਨਰ ਦੀ ਪਰਮਿਸ਼ਨ ਬਿਨਾ ਜੇ ਸੈਸ਼ਨ ਸਾਈਨ ਡਾਈ ਕੀਤਾ ਹੋਵੇ ਉਹ ਦੁਬਾਰਾ ਬੁਲਾਇਆ ਨਹੀਂ ਜਾ ਸਕਦਾ। ਇਹ ਹੈ ਲਾ। ਇਹ ਹਰ ਸਟੇਟਾਂ 'ਚ ਪਹਿਲਾਂ ਕਈ ਜਗ੍ਹਾ ਵੀ ਇਹ ਝਗੜੇ ਹੋ ਚੁੱਕੇ, ਮਹਾਰਾਸ਼ਟਰ 'ਚ ਹੋਇਆ, ਕਈ ਜਗ੍ਹਾ ਹੋਇਆ, ਉੱਥੇ ਬੰਗਾਲ 'ਚ ਹੋਇਆ, ਕਈ ਜਗ੍ਹਾ ਹੋ ਚੁੱਕਾ, ਲੇਕਿਨ ਗਵਰਨਰ ਹੈਜ਼ ਦੀ ਅਥਾਰਟੀ ਟੂ ਗਿਵ ਪਰਮਿਸ਼ਨ। ਲੀਗਲੀ ਤੇ ਲਾ ਹੈ,
ਲੇਕਿਨ ਜਿਹੜੀ ਮੈਂ ਇੱਕੋ ਤੁਹਾਨੂੰ ਪੁੱਛਣਾ ਚਾਹੁੰਦਾ ਕਿਉਂ ਕਿ ਇਹ ਆਪ ਵਾਲਿਆਂ ਨੇ ਖੁਦ ਕ੍ਰੀਏਟ ਕੀਤੀ ਖਬਰ ਕਿ ਸਾਡੇ ਚੋਂ ਜੀ ਟੁੱਟੇ ਆ, ਨਾ ਕੋਈ ਬੰਦਾ ਪੇਸ਼ ਹੋਇਆ, ਕੋਰਟ ਕੇਸ ਵੀ ਚਲਾ ਗਿਆ, ਪੁਲਿਸ ਕੇਸ ਅੱਜ ਤੱਕ ਵੀ ਆਪ ਹੀ ਆਪਣਾ ਕ੍ਰੀਏਟ ਕੀਤੀ ਸਟੋਰੀ ਤੇ ਮੋਹਰ ਲਾਉਣ ਲਈ ਇਹ ਸੈਸ਼ਨ ਬੁਲਾ ਲਿਆ। ਦੇਖੋ ਰੰਧਾਵਾ ਜੀ, ਪੰਜਾਬ ਫਾਈਨੈਂਸ਼ੀਅਲੀ ਇਸ ਵੇਲੇ ਬੜਾ ਰੈਕ ਹੈ। ਇੱਕ ਅਸੈਂਬਲੀ ਦਿਨ ਤੇ ਬੁਲਾਉਣ ਲਈ ਕਿੰਨਾ ਖਰਚ ਹੈ, ਕਿੰਨਾ TAD ਸਾਰਿਆਂ ਨੂੰ ਦੇਣਾ, ਕਿੰਨਾ ਉਹ ਦੇਣਾ। ਪਹਿਲੀ ਗੱਲ ਰੀਜ਼ਨ ਨਹੀਂ ਸਮਝ ਆਇਆ ਕਿ ਵਾਈ ਦਿਸ ਸੈਸ਼ਨ। ਦੇਖੋ ਝਾਰਖੰਡ ਨੇ ਕੀਤਾ ਕਿਉਂ? ਝਾਰਖੰਡ ਦੀ ਦੋਨੋਂ ਪਾਰਟੀਆਂ ਬਰਾਬਰ ਹੈ। ਆਲਰੇਡੀ 3 ਕਾਂਗਰਸ ਦੇ ਬੰਦੇ ਟੁੱਟ ਚੁੱਕੇ ਸੀ ਉੱਥੇ, ਤੇ ਇੱਕ ਉਹਦੇ CM ਦੇ ਖਿਲਾਫ ਇਲੈਕਸ਼ਨ ਕਮਿਸ਼ਨ ਨੇ ਰਿਪੋਰਟ ਭੇਜੀ ਵੀ ਤੇਰੀ ਸ਼ਾਇਦ ਮੈਂਬਰੀ ਦਾ ਖਤਰਾ ਹੈ। ਉੱਥੇ ਦੇ ਇੱਕ ਰੀਜ਼ਨ ਬਣ ਗਿਆ ਸੀ ਹੀ ਹੈਜ਼ ਟੂ ਪ੍ਰੂਵ। ਉਹ ਉੱਥੇ ਗਵਰਨਰ ਨੇ ਉਹਨੂੰ ਨਾ ਨਹੀਂ ਕੀਤੀ। ਲੇਕਿਨ ਅੱਜ ਮੈਨੂੰ ਤਾਂ ਆਪ ਸਮਝ ਨਹੀਂ ਆ ਰਹੀ ਸੈਸ਼ਨ ਇਸ ਕੰਮ ਲਈ ਸੈਸ਼ਨ ਬੁਲਾਉਂਦੇ। ਸੁਪਰੀਮ ਕੋਰਟ ਨੇ ਆਰਡਰ ਦੇ ਦਿੱਤਾ ਹੈ ਕਿ ਪਾਣੀ ਦਾ ਮਸਲਾ ਜਿਹੜਾ ਉਹ ਝਗੜਾ SIL ਦਾ ਉਹ ਤੁਸੀਂ ਕਰਕੇ ਆਓ ਤੇ ਡੇਟ ਬਾਉਂਡ ਹੈ। ਉੱਥੇ ਲੋਕਾਂ ਰਾਹੁਲ ਬੜਾ ਵਧੀਆ ਮੌਕਾ ਸੀ, ਸੈਸ਼ਨ ਬਣਾਉਂਦੇ, ਕੋਈ ਨਵਾਂ ਇਕਨੋਮਿਕ ਕ੍ਰਾਈਸਿਸ ਹੈ ਅਸੀਂ ਇਹ ਕਰਦੇ, ਉਹ ਕਰਾ ਕੇ ਅੰਦਰ ਉਹ ਜਦੋਂ ਹੋਇਆ ਨਾ ਅੰਦਰ ਇਹ ਵੀ ਗੱਲ ਕਰ ਲੈਂਦੇ, ਕੋਈ ਰੋਕਦਾ ਨਹੀਂ ਸੀ। ਜਦੋਂ ਅਸੈਂਬਲੀ ਆਨ ਹੋਵੇ ਤਾਂ ਅਸੈਂਬਲੀ ਜਿਸ ਐਨੀਥਿੰਗ ਕੈਨ ਬੀ ਡਿਸਕਸ, ਦੇयर इज नो नीड ऑफ ਗਵਰਨਰ ਪਰਮਿਸ਼ਨ। ਸੋ ਮੈਂ ਸਮਝਦਾ ਗਵਰਨਰ ਨੇ ਰਾਈਟ ਸਟੈਪ ਲਿਆ ਅੱਜ ਟੂਡੇ ਨੋਇੰਗ ਕਿ ਵਾਟ ਇਜ਼ ਦੀ ਏਜੰਡਾ। ਮੈਂ ਉਸ ਗੱਲ ਵੱਲ ਜ਼ਿਆਦਾ ਹੋਣਾ ਚਾਹੁੰਦਾ ਕਿ ਇੱਕ ਹਵਾ ਕ੍ਰੀਏਟ ਕਰਕੇ ਆਪਣੀ ਪਬਲਿਸਿਟੀ ਕਰਨ ਲਈ ਅੰਦਰ ਕਰਨਾ ਕੀ ਹੈ, ਨਹੀਂ ਜੀ ਰੌਲਾ ਇਹ ਪਾਏਗਾ। ਇਸ ਦਾ ਮੇਰੇ ਸਵਾਏ ਪੋਲੀਟੀਕਲ ਇੱਕ ਨਿਊਜ਼ ਬਣਾਉਣ ਦੇ ਇਸ ਦਾ ਕੋਈ ਮਤਲਬ ਨਹੀਂ ਸੀ ਸੈਸ਼ਨ ਬੁਲਾਉਣ ਦਾ। ਗਵਰਨਰ ਹੈਜ਼ ਟੇਕਨ ਏ ਰਾਈਟ ਸਟੈਪ ਔਰ ਉਹਦੇ ਪ੍ਰੀਵਿਊ 'ਚ ਹੈ ਕਿ ਇਹ ਮੈਂ ਪਰਮਿਸ਼ਨ ਨਹੀਂ ਦਿੰਦਾ। ਇਸ ਤੇ ਕੋਈ ਸੁਪਰੀਮ ਕੋਰਟ ਕੋਈ ਕੋਰਟ ਮੈਨੂੰ ਨਹੀਂ ਉਮੀਦ ਇਸ ਤੇ ਕੋਈ ਇੰਟਰਫੀਅਰ ਕਰੇ। ਸਰਦਾਰ ਤਰਲੋਚਨ ਸਿੰਘ ਜੀ, ਇੱਕ ਜ਼ਰੂਰ ਗੱਲ ਦੱਸਿਓ ਵੀ ਤੁਹਾਡੇ ਨੱਕ ਥੱਲੇ ਕੇਜਰੀਵਾਲ ਸਾਹਿਬ ਨੇ ਵੀ, ਹਾਲਾਂਕਿ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਤਾਂ ਹੈ ਨਹੀਂ ਔਰ ਉਹ ਸਰਕਾਰ ਵੀ ਅੱਧੇ ਅਧੂਰੇ ਅਧਿਕਾਰਾਂ ਨਾਲ ਹੀ ਅੱਗੇ ਵੱਧਦੀ ਆ, ਉੱਥੇ ਵੀ ਉਹਨਾਂ ਨੇ ਇੰਨੇ ਸਾਰੇ MLA ਹੋਣ ਦੇ ਬਾਵਜੂਦ ਭਰੋਸੇ ਦਾ ਮਤ ਹਾਸਲ ਕੀਤਾ। ਇਹਨੂੰ ਵੈਸੇ ਤੁਸੀਂ ਇਹਨਾਂ ਦੋਨਾਂ ਨੂੰ ਇੱਕੋ ਵੇਖੋ, ਜਿਹੜਾ ਤੁਸੀਂ ਦਿੱਲੀ ਦੀ ਗੱਲ ਕਰਦੇ ਹੋ ਨਾ, ਦਿੱਲੀ LG ਹੈਜ਼ ਦੀ ਪਾਵਰ, ਲੇਕਿਨ ਇੱਕ ਦਿੱਲੀ ਤੁਸੀਂ ਸੁਣ ਰਹੇ ਹੋ LG ਵਰਸਸ CM ਇੱਕ ਬੜੀ ਕੋਲਡ ਵਾਰ ਚੱਲ ਰਹੀ ਹੈ। ਉਸ ਕੋਲਡ ਵਾਰ ਵਿੱਚ ਬੜੇ ਇਲਜ਼ਾਮ ਉਸ ਤੇ ਲੱਗ ਰਹੇ ਇੱਕ ਦੂਜੇ ਦੀ। ਆਈ ਥਿੰਕ ਐਟ ਦੈਟ ਟਾਈਮ ਜੇ ਤੇ ਉਹ ਸਾਈਨਡ ਆਈ ਸ਼ਾਇਦ ਨਾ ਹੋਇਆ ਹੋਵੇ, ਮੇਰਾ ਖਿਆਲ ਮੈਂ ਚੈੱਕ ਨਹੀਂ ਕਰ ਸਕਿਆ, ਉੱਥੇ ਮੈਂ ਹੋ ਸਕਦਾ ਕਿ ਗਵਰਨਰ ਇਹ ਕਰਨ ਨੂੰ ਹੈਜ਼ਿਟੇਟ ਕੀਤਾ ਹੋਵੇ ਜੇ ਕੋਈ ਐਸੀ ਕਰ, ਕਿਉਂਕਿ ਗਵਰਨਰ ਔਰ CM ਦੀ ਕਰਪਸ਼ਨ ਕੇਸ, ਇੱਕ ਦੂਜੇ ਦੇ ਇਲਜ਼ਾਮ, CBI ਇਨਕੁਆਇਰੀ, ਉਹ ਇੱਕ ਹੋਰ ਬੈਟਲ ਚੱਲ ਰਹੀ ਹੈ। ਤੇ ਪਰ ਉਸ ਸੈਸ਼ਨ 'ਚ ਹੋਇਆ ਕਿ ਵੀ ਸਾਰੇ MLA ਕਾਇਮ ਹਨ, ਵੀ ਟੁੱਟਿਆ ਤਾਂ ਇੱਕ ਨਹੀਂ ਅੱਜ ਤੱਕ। ਜਾਂ ਤਾਂ ਕਹੋ ਨਾ ਜੀ ਸਾਡਾ ਹੈ ਝਾਰਖੰਡ ਵਿੱਚ 3 ਕਾਂਗਰਸ ਦੇ ਪੈਸੇ ਲੈਂਦੇ ਫੜੇ ਗਏ, ਰੁਪਈਏ ਵੀ ਨਿਕਲ ਆਏ, ਇਸ ਕਰਕੇ ਵੀ ਉੱਥੇ ਤਾਂ ਕੋਈ ਗੱਲ ਹੋਈ, ਇੱਥੇ ਤਾਂ ਗੱਲ ਹੈ ਹੀ ਨਹੀਂ। ਇਹ ਸਵਾਏ ਪ੍ਰਾਪੇਗੰਡਾ ਸੈਸ਼ਨ ਟੂ ਜਸਟ ਪ੍ਰੋਪੇਗੇਟ ਐਂਡ ਕੰਡੈਮ ਈਚ ਅਦਰ, ਹੋਰ ਕੋਈ ਗੱਲ ਨਹੀਂ ਸੀ। ਤੇ ਆਈ ਥਿੰਕ ਦਿਸ ਇਜ਼ ਅ ਰਾਈਟ ਸਟੈਪ। ਇਹਨੂੰ ਆਪਾਂ ਜੋ ਮਰਜ਼ੀ ਕਰ ਲਈਏ, ਮੋਰੈਲਿਟੀ ਜਿਹੜੀ ਹੈ ਉਹ ਜ਼ਿਆਦਾ ਜ਼ਰੂਰੀ ਹੈ ਲੀਗੈਲਿਟੀ। ਬਿਲਕੁਲ ਠੀਕ। ਭਾਸਕਰ ਸਾਹਿਬ, ਜਿਵੇਂ ਮੈਂ ਸਰਦਾਰ ਸਾਹਿਬ ਨੂੰ ਸਵਾਲ ਪੁੱਛਿਆ ਕਿ ਕੇਜਰੀਵਾਲ ਸਾਹਿਬ ਨੂੰ ਨਹੀਂ ਰੋਕਿਆ ਉੱਥੋਂ ਦੇ LG ਨੇ, ਇਧਰਲੇ ਪਾਸੇ ਭਗਵੰਤ ਮਾਨ ਲਈ ਸਿਰਪੀਟ ਬਣਾਤੀ ਸੀ। ਅਗਲੀ ਪਹਿਲੀ ਜੇ ਖਬਰ ਖਤਮ ਨਹੀਂ ਸੀ ਹੋਈ ਉਹ ਜਿਹੜੀ ਲਫਤਾਨਸਾ ਵਾਲੀ, ਤੇ ਨਵੇਂ ਪਾਸੇ ਇੱਕ ਕਿਰਕਰੀ ਸ਼ੁਰੂ ਹੋ ਗਈ। ਪਹਿਲਾਂ ਵੀ ਕਈ ਮਾਮਲਿਆਂ ਦੇ ਵਿੱਚ BMW ਤੋਂ ਲੈ ਕੇ ਹੁਣ ਤੱਕ ਕਈ ਮਾਮਲੇ ਐਸੇ ਆਏ ਆ। ਇਸ ਸਰਕਾਰ ਨੂੰ ਅਨੁਭਵ ਦੀ ਕਮੀ ਲੱਗਦੀ ਹੈ। ਇਸ ਸਰਕਾਰ ਨੂੰ ਸਲਾਹ ਦੇਣ ਵਾਲੇ ਜਾਂ ਤਾਂ ਹੈਜੀਟੇਟ ਕਰਦੇ ਆ, ਅਫਸਰਾਂ ਨਾਲ ਉਸ ਤਰ੍ਹਾਂ ਦਾ ਰਿਸ਼ਤਾ ਨਹੀਂ, ਕਿਉਂਕਿ ਸਾਲਾਂ ਤੋਂ ਜਿਹੜੀ ਜਮਾਤ ਲਗਾਤਾਰ ਪ੍ਰੋਸੀਡਿੰਗਸ ਦੇ ਵਿੱਚ ਹੋਵੇ, ਕਾਰਵਾਈ ਕਰਦੀ ਤੇ ਕਰਾਉਂਦੀ ਆ ਰਹੀ ਹੋਵੇ, ਉਹਦੀ ਚੁੱਪ ਇਹਦਾ ਕਾਰਨ ਮੰਨੀਏ। ਉਹਨਾਂ ਦਾ ਸਰਕਾਰ ਦੇ ਨਾਲ ਸ਼ਾਮਲ ਨਾ ਹੋਣਾ, ਇਵੋਲਵ ਨਾ ਹੋਣਾ, ਆਪਸ ਵਿੱਚ ਬਿਹਤਰ ਰਿਸ਼ਤੇ ਨਾ ਹੋਣਾ ਮੰਨੀਏ। ਭਾਸਕਰ ਸਾਹਿਬ, ਇਹਨੂੰ ਲੈ ਕਿਵੇਂ ਰਹੇ ਹੋ? ਇਹ ਦਰਅਸਲ ਇੱਕ ਸੰਕਟ ਖੜਾ ਹੋ ਗਿਆ, ਸਰਕਾਰ ਵਾਂਗ ਚੱਲੇ, ਐਸਾ ਨਜ਼ਰ ਕਿਉਂ ਨਹੀਂ ਆ ਰਿਹਾ? ਬਿਲਕੁਲ ਠੀਕ ਕਹਿ ਰਹੇ ਹੋ ਰੰਧਾਵਾ ਜੀ। ਜਿਸ ਤਰ੍ਹਾਂ ਅਸੀਂ ਦਿੱਲੀ ਦੇ ਉਸ ਸਪੈਸ਼ਲ ਸੈਸ਼ਨ ਦੀ ਗੱਲ ਕਰੀਏ ਜਿਹੜਾ ਵਿਸ਼ਵਾਸ ਮਸਲੇ ਵਾਸਤੇ ਬੁਲਾਇਆ ਹੋਇਆ ਸੀ, ਉਹ ਉਸ ਦੇ ਬਾਵਜੂਦ ਵੀ LG ਵਰਸਸ CM ਔਰ ED CBI ਦਾ ਗੇਮ ਚੱਲ ਰਿਹਾ ਸੀਗਾ, ਰੇਡਾਂ ਚੱਲ ਰਹੀ ਸੀ ਦਿੱਲੀ ਦੇ। ਉਸ ਤੋਂ ਬਾਵਜੂਦ ਵੀ LG ਨੇ ਉਸ ਸਪੈਸ਼ਲ ਸੈਸ਼ਨ ਨੂੰ ਰੋਕਿਆ ਨਹੀਂ ਸੀਗਾ। ਔਰ ਬਾਅਦ ਚੋਂ ਉਸ ਗਲਤੀ ਦਾ ਅਹਿਸਾਸ ਵੀ ਹੋਇਆ, ਕਿਉਂਕਿ ਉਹਨਾਂ ਨੂੰ ਉਸ ਸੈਸ਼ਨ ਬੁਲਾਉਣ ਤੋਂ ਲੀਗਲੀ ਰੋਕਿਆ ਜਾ ਸਕਦਾ ਸੀਗਾ। ਬਾਅਦ ਚੋਂ ਵਿਧਾਨ ਸਭਾ ਦੇ ਵਿੱਚ ਜੋ ਕੁਝ ਹੋਇਆ, ਆਪਰੇਸ਼ਨ ਲੋਟਸ ਤੋਂ ਲੈ ਕੇ ਜਿਹੜੇ ਲੈਫਟੀਨੈਂਟ ਗਵਰਨਰ VK ਸਕਸੈਨਾ ਦੇ ਉੱਤੇ 1400 ਕਰੋੜ ਰੁਪਏ ਦਾ ਇਲਜ਼ਾਮ,
ਉਹ ਨੋਟਬੰਦੀ ਦੇ ਦੌਰਾਨ, ਉਹ तमाम ਉਹ ਗੱਲਾਂ ਜਿਹੜੀ ਵਿਧਾਨ ਸਭਾ ਦੇ ਬਾਹਰ ਹੁੰਦੀ ਤੇ ਉਹਦੇ ਵਾਸਤੇ ਮੈਨੂੰ ਲੱਗਦਾ ਕੋਈ ਜਵਾਬ ਵੀ ਦਿੱਤਾ ਜਾ ਸਕਦਾ ਸੀ। ਜਦ ਵਿਧਾਨ ਸਭਾ ਦੇ ਪਟਲ ਦੇ ਉੱਤੇ ਕੋਈ ਇਲਜ਼ਾਮ ਲੱਗਦੇ ਨੇ ਤੇ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਵੀ ਥੋੜਾ ਜਿਹਾ ਔਖਾ ਹੋਣਾ ਹੈ। ਔਰ ਕੱਲ ਦੇ ਸੈਸ਼ਨ ਦੇ ਵਿੱਚ ਵੀ ਹੋਣਾ ਕੀ ਸੀਗਾ, ਸਾਰੇ ਜਾਣਦੇ ਨੇ ਸਰਕਾਰ ਨੂੰ ਕੋਈ ਖਤਰਾ ਨਹੀਂ, ਕੋਈ ਵੀ ਇੱਕ ਵੀ ਐਮਐਲਏ ਆਪਰੇਸ਼ਨ ਲੋਟਸ ਹੋਇਆ ਨਹੀਂ ਹੋਇਆ ਇਹਦੇ ਉੱਤੇ ਵੀ ਹਜੇ ਤੱਕ ਡਾਊਟ ਨੇ। ਜਿਹੜੀ ਇਨਵੈਸਟੀਗੇਸ਼ਨ, ਜਿਹੜਾ ਕੇਸ ਪੁਲਿਸ ਨੇ ਦਰਜ ਕੀਤਾ, ਉਹਦੇ ਕੋਈ ਸਬੂਤ, ਕੋਈ ਗੱਲ ਕਿਸੇ ਜਗ੍ਹਾ ਸਾਹਮਣੇ ਨਹੀਂ ਆਈ। ਔਰ ਅੱਜ ਜਦ ਅਸ਼ਵਨੀ ਸ਼ਰਮਾ ਉਹਨਾਂ ਬੀਜੇਪੀ ਦੇ ਪ੍ਰਧਾਨ ਪ੍ਰੈਸ ਕਾਨਫਰੰਸ ਕਰਦੇ ਨੇ, ਉਹ ਇਸ ਗੱਲ ਦੇ ਉੱਤੇ ਵੀ ਸਵਾਲ ਚੱਕਦੇ ਨੇ ਕਿ ਇੱਕ ਐਮਐਲਏ ਨੇ ਭਾਜਪਾ ਦੇ, ਨਹੀਂ ਸੌਰੀ ਆਮ ਆਦਮੀ ਪਾਰਟੀ ਦੇ, ਜਿਹੜੇ ਜਲੰਧਰ ਸੀਗੇ, ਸ਼ੀਤਲ ਅੰਗਰਾਲ, ਜਿਹੜੇ ਇਸ ਸਾਰੇ ਆਪਰੇਸ਼ਨ ਲੋਟਸ ਦੀ ਧੁਰੀ ਨੇ, ਉਹਨਾਂ ਨੇ ਤੇ ਇਹ ਤੱਕ ਕਿਹਾ ਕਿ ਮੈਂ ਕੁਝ ਬੀਜੇਪੀ ਦੇ ਆਗੂਆਂ ਨੂੰ ਚੰਡੀਗੜ੍ਹ ਦੇ ਵਿੱਚ ਮਿਲਣ ਵੀ ਗਿਆ ਸੀਗਾ। ਹੁਣ ਏਦਾਂ ਦੇ ਹਾਲਾਤ ਦੇ ਵਿੱਚ ਤੇ ਕਿਸੇ ਦਾ ਨਾਂ ਹਜੇ ਤੱਕ ਆਇਆ ਨਹੀਂ। ਕੋਈ ਤਸਵੀਰ, ਕੋਈ ਚਿੱਠੀ, ਹੋ ਸਕਦਾ ਅਣਪਛਾਤੇ ਬੰਦੇ ਹੋਣ, ਪਰ ਪੁਲਿਸ ਕਈ ਵਾਰ ਚਿੱਤਰ ਵੀ ਬਣਵਾਉਂਦੀ ਨੇ, ਤਸਵੀਰ ਵੀ ਬਣਾਉਂਦੀ ਨੇ ਵੀ ਕਿਹਦੇ ਨਾਲ ਮਿਲੇ ਸੀਗੇ। ਉਹਨਾਂ ਦੀ ਗੱਲ ਹਜੇ ਤੱਕ ਕੋਈ ਸਾਹਮਣੇ ਨਹੀਂ ਆਈ। ਔਰ ਜੋ ਕੁਝ ਕੱਲ ਹੋਣਾ ਸੀਗਾ ਉਹਨੂੰ ਰੋਕਣ ਵਾਸਤੇ ਗਵਰਨਰ ਸਾਹਿਬ ਦਾ ਲਾਸਟ ਵਿੱਚ ਇੱਕ ਸਟੈਪ, ਉਹ ਵੀ ਲੀਗਲ ਕੰਸਲਟੇਸ਼ਨ ਤੋਂ ਬਾਅਦ, ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਸਰਦਾਰ ਤਰਲੋਚਨ ਸਿੰਘ ਜੀ ਵੀ ਕਹਿ ਰਹੇ ਨੇ, ਉਹ ਗੱਲ ਜਿਹਦੇ ਵਾਸਤੇ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਦੇ ਇਸ ਮੁੱਦੇ ਤੇ ਕੋਈ ਨਾਲ ਨਹੀਂ ਹੋਣਗੇ। ਲੱਗਦਾ ਐਵੇਂ ਕਿ ਇਹ ਜਿਹੜਾ ਪੋਲੀਟੀਕਲ ਪ੍ਰੋਪੇਗੈਂਡਾ ਹੋਣਾ ਸੀਗਾ ਉਸ ਤੋਂ ਬਚਿਆ ਜਾ ਸਕੇ। 70 ਲੱਖ ਰੁਪਏ ਇੱਕ ਸੈਸ਼ਨ ਦੇ ਉੱਤੇ, ਇੱਕ ਦਿਨ ਦੇ ਸੈਸ਼ਨ ਦੇ ਉੱਤੇ ਖਰਚ ਹੁੰਦੇ ਨੇ, ਉਹ ਸਟੇਟ ਦਾ ਖਰਚਾ ਵੀ ਬਚੇਗਾ। ਔਰ ਹੁਣ ਕਿਉਂਕਿ ਇਹ ਜਿਹੜਾ ਸੈਸ਼ਨ ਸੀਗਾ ਇੱਕ ਰਣਨੀਤੀ ਦਾ ਪਾਰਟ ਸੀਗਾ ਗੁਜਰਾਤ ਤੇ ਹਿਮਾਚਲ ਵਿੱਚ ਆਉਣ ਵਾਲੀ ਚੋਣਾਂ ਦੇ ਵਾਸਤੇ, ਜਿਹਦੇ ਵਿੱਚ ਇਹ ਦਿਖਾਇਆ ਜਾਣਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਵਿਕਦੇ ਨਹੀਂ ਹੈਗੇ। ਦੂਜੇ ਪਾਸੇ ਕਾਂਗਰਸ ਦੇ ਐਮਐਲਏ ਵੱਖ-ਵੱਖ ਸੂਬਿਆਂ ਦੇ ਵਿੱਚ ਆਪਰੇਸ਼ਨ ਲੋਟਸ ਦੇ ਸਾਹਮਣੇ ਝੁਕ ਗਏ ਸੀਗੇ, ਵਿਕ ਗਏ ਸੀਗੇ। ਸਟ੍ਰੈਟਜੀ ਤੇ ਇਹ ਸੀਗੀ, ਉਸ ਸਟ੍ਰੈਟਜੀ ਤੋਂ ਆਮ ਆਦਮੀ ਪਾਰਟੀ ਨੂੰ ਹੁਣ ਵਾਂਝਾ ਜ਼ਰੂਰ ਕਰਤਾ ਹੈ ਗਵਰਨਰ ਸਾਹਿਬ ਨੇ ਸਟੈਪ ਲੈ ਕੇ। ਸਰਦਾਰ ਸਾਹਿਬ, ਆਮ ਤੌਰ ਤੇ ਕਿਹਾ ਜਾਂਦਾ ਵੀ ਬੰਦਾ ਰਿੜ ਕੇ ਸਿੱਖਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਅਨੁਭਵ ਜਿਹੜਾ ਉਹ ਬਾਰ-ਬਾਰ ਤੁਹਾਨੂੰ ਠੋਕਰਾਂ ਖਾ ਕੇ ਮਿਲਦਾ। ਮੈਨੂੰ ਜ਼ਰੂਰ ਦੱਸਿਓ, ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਦੇ ਵਿੱਚ ਕੁਝ ਐਸੇ ਅਫਸਰ ਸੀਗੇ ਜਿਹੜੇ ਹਰ ਮਾਮਲੇ ਦੇ ਵਿੱਚ ਫੈਸਲਾ ਸੋਚ ਸਮਝ ਕੇ ਲੈਂਦੇ ਸੀ। ਹਰ ਸਰਕਾਰ ਆਪਣੇ ਨਾਲ ਕੁਝ ਐਸੇ ਅਨੁਭਵੀ ਲੋਕਾਂ ਨੂੰ ਰੱਖਦੀ ਹੈ ਜਿਹੜੇ ਲਗਾਤਾਰ ਇਸ ਗੱਲ ਤੇ ਲੱਗੇ ਰਹਿੰਦੇ ਆ ਕਿ ਸੰਵਿਧਾਨਕ ਦਾਇਰਿਆਂ 'ਚ ਕਿਵੇਂ ਰਹਿਣਾ ਤੇ ਸਰਕਾਰ ਦੇ ਜਿਹੜੇ ਆਪਣੇ ਅਧਿਕਾਰ ਨੇ ਜਾਂ ਆਪਾਂ ਕਿੱਥੋਂ ਤੱਕ ਜਾ ਸਕਣਾ। ਕੇਂਦਰ ਔਰ ਸਟੇਟ ਦੇ ਰਿਸ਼ਤਿਆਂ ਨੂੰ ਵੀ ਦੇਖਦੇ ਆ। ਗਵਰਨਰ ਔਰ ਮੁੱਖ ਮੰਤਰੀ ਦੇ ਵਿੱਚ ਇੱਕ ਪੁਲ ਦਾ ਕੰਮ ਵੀ ਹੋਵੇ। ਅਫਸਰਸ਼ਾਹੀ ਤੇ ਜਿਹੜੀ ਪੋਲੀਟੀਕਲ ਜਮਾਤ ਹੈ ਇਹਦੇ ਵਿੱਚ ਵੀ ਇੱਕ ਪੁਲ ਦਾ ਕੰਮ ਕਰਨ ਵਾਲੇ ਲੋਕ। ਇੱਥੇ ਕੁਝ ਮਿਸਿੰਗ ਲੱਗਦਾ ਤੁਹਾਨੂੰ? ਤੁਸੀਂ ਕਿਵੇਂ ਦੇਖ ਰਹੇ ਹੋ ਇਸ ਗਵਰਨਮੈਂਟ ਨੂੰ? ਕਿੱਥੇ ਕੁ ਖਾਮੀ ਲੱਗੀ ਤੁਹਾਨੂੰ? ਦੇਖੋ, ਤੁਸੀਂ ਬੜਾ ਅੱਛਾ ਇਹ ਪੁਆਇੰਟ ਰੇਜ਼ ਕੀਤਾ ਹੈ। ਪੰਜਾਬ ਬੜੇ ਚਿਰ ਤੋਂ ਸਰਕਾਰਾਂ ਐਂਟੀ ਸੈਂਟਰ ਰਹੀਆਂ। ਮੀਨ ਕਿ ਜਿਹੜੀ ਗਵਰਨਮੈਂਟ ਸੈਂਟਰ 'ਚ ਕਿਸੇ ਹੋਰ ਪਾਰਟੀ ਦੀ, ਦੇਖੋ 15 ਸਾਲ ਬਾਦਲ ਸਾਹਿਬ ਰਹੇ, ਬੜੀ ਵੱਡੀ ਗੱਲ ਹੈ। ਔਰ ਅਮਰਿੰਦਰ ਸਿੰਘ ਵੀ ਜਦੋਂ ਰਹੇ ਤਾਂ ਉੱਪਰ ਮੋਦੀ ਜੀ ਆ ਗਏ ਸੀ। ਸੋ ਬੜੀ ਲਗਾਤਾਰ ਪੰਜਾਬ ਦਾ ਇਹ ਟ੍ਰੈਡੀਸ਼ਨ ਹੈ ਕਿ ਇੱਥੇ ਸੈਂਟਰ ਦੀ ਸਰਕਾਰ ਦੇ ਵਿਰੁੱਧ ਜਿਹੜੀ ਪਾਰਟੀ ਉਹਦੀ ਸਰਕਾਰ ਰਹੀ। ਲੇਕਿਨ ਮੈਂ ਇਸ ਗੱਲ ਦੀ ਬਾਦਲ ਸਾਹਿਬ ਨੂੰ ਵੀ, ਇਹਨਾਂ ਨੇ ਐਸਾ ਕੋਈ ਕਲੈਸ਼ ਨਹੀਂ ਲਿਆਂਦਾ। ਅਕਾਲੀ ਬਿਸ਼ੱਕ ਸੈਂਟਰ ਨੂੰ ਸਾਡੇ ਲਗੇ ਰਹੇ, ਜਿਵੇਂ ਹਮੇ ਹੋ ਗਿਆ, ਕੋਈ ਗੱਲ ਹੋਵੇ ਸੈਂਟਰ ਪਾ, ਲੇਕਿਨ ਉਹਨਾਂ ਨੇ ਜਿਹੜੇ ਐਸੇ ਅਫਸਰ ਬੜੇ ਵਧੀਆ ਰਹੇ ਉਹਨਾਂ ਕੋਲ, ਜਿਹੜੇ ਕਿ ਉਹਨਾਂ ਨੂੰ ਪ੍ਰੋਪਰ ਗਾਈਡ ਕਰਕੇ ਜਿਹੜਾ ਸੈਂਟਰ ਨਾਲ ਲਿੰਕ ਸੀ ਉਹਦੀ ਜੋ ਰਿਸਪੈਕਟ ਹੈ ਉਹ ਕਾਇਮ ਰੱਖੀ। ਇਹ ਬੜੀ ਮੈਂ ਸਮਝਦਾ। ਲੇਕਿਨ ਅੱਜ ਜਿਵੇਂ ਤੁਸੀਂ ਕਿਹਾ, ਇਸ ਸਰਕਾਰ ਨੂੰ ਇਹ ਲੋੜ ਹੈ। ਦੇਖੋ, ਇਹ ਬੜੀ ਵੱਡੀ ਗੱਲ ਹੈ ਕਿ ਜਿਹੜੇ ਅਫਸਰ ਹੁੰਦੇ ਨੇ ਬੜੇ ਗੁੱਡ ਐਡਵਾਈਜ਼ਰ ਹੁੰਦੇ। ਦੇਖੋ, ਗਿਆਨੀ ਜ਼ੈਲ ਸਿੰਘ ਜਦੋਂ ਮੁੱਖ ਮੰਤਰੀ ਬਣੇ, ਉਹ ਕਹਿੰਦੇ ਜੀ ਦੇਖੋ ਤਾਂ ਅਨਪੜ੍ਹ ਹੈ। ਲੋਕ ਕਹਿੰਦੇ ਜੀ ਅੰਗਰੇਜ਼ੀ ਨਹੀਂ ਆਉਂਦੀ, ਤਾਂ ਉਹ ਅਨਪੜ੍ਹ ਚੀਫ ਮਿਨਿਸਟਰ ਆਪਣੀ ਲਿਆਕਤ ਨਾਲ ਹੋਮ ਮਿਨਿਸਟਰ ਵੀ ਬਣਿਆ, ਰਾਸ਼ਟਰਪਤੀ ਬਣਿਆ। ਉਹ ਅਫਸਰਾਂ ਦੀ ਉਹਨੇ ਸਿਲੈਕਟ ਕੀਤੇ, ਵਨ ਆਫ ਦਾ ਬੈਸਟ ਪੀਪਲ ਅਰਾਊਂਡ ਹਿਮ, ਜਿਹੜੇ ਉਹਨੂੰ ਪ੍ਰੋਪਰ ਕਰਨ, ਉਹਦੇ ਡੀਓ ਡਰਾਫਟ ਕਰਨ, ਉਹ ਡੀਓ ਦੇਖੇ। ਸੋ ਇਹ ਗੱਲ ਇੱਕ ਬੜੀ ਨੋਟ ਕਰਦੀ ਹੈ ਕਿ ਅਫੀਸ਼ੀਅਲ ਮਸ਼ੀਨਰੀ ਜਿਹੜੀ ਇੰਨੀ ਟ੍ਰੇਨਡ ਐਕਸਪੀਰੀਅੰਸਡ ਹੈ, ਉਹਦੀ ਸਿਲੈਕਸ਼ਨ ਪ੍ਰੋਪਰ ਹੋਵੇ ਤਾਂ ਕਿ ਉਹ ਮੁੱਖ ਮੰਤਰੀ ਨੂੰ ਠੀਕ ਗਾਈਡੈਂਸ ਮਿਲੇ, ਤਾਂ ਕਿ ਸਰਕਾਰ ਦਾ ਜਿਹੜਾ ਵਿਧਾਨਕ ਕਲੈਸ਼ ਹੈ ਉਹ ਨਾ ਪਵੇ। ਮੈਂ ਸਮਝਦਾ ਕਿ ਇਹ ਜਿਹੜੀ ਗਲਤੀ ਅੱਜ ਹੋਈ ਹੈ ਸੈਸ਼ਨ ਬੁਲਾਉਣ ਦੀ, ਇੱਥੇ ਉਹ ਅਫਸਰ ਫੇਲ ਹੋਏ ਕਿ ਇਹ ਐਡਵਾਈਸ ਪਹਿਲਾਂ ਕਰਨਾ ਚਾਹੀਦਾ ਸੀ ਵੀ ਅਸੀਂ ਅਸੈਂਬਲੀ ਨੂੰ ਪ੍ਰਾਪੇਗੰਡਾ ਆਫਟਰ ਟੁਮਾਰੋ ਹੋਣਾ ਕੀ ਸੀ, ਸਵਾਏ ਇਸ ਦੇ ਕਿ ਪ੍ਰਾਪੇਗੰਡਾ ਵਾਰ, ਹੋਰ ਤਾਂ ਕੁਝ ਨਹੀਂ ਹੋਣਾ ਸੀ। ਵਾਟ ਵਾਸ ਦ ਗੇਨ ਟੂ ਦੀ ਸਟੇਟ? ਪੈਸਾ ਸਰਕਾਰ ਦਾ ਤੁਹਾਡਾ ਮੇਰਾ ਲੱਗਣਾ, ਸਾਡੇ ਪੈਸੇ ਤੇ ਕੱਲ ਸੈਸ਼ਨ ਹੋਣਾ, ਤਾਂ ਉਸ 'ਚ ਪੰਜਾਬ ਨੂੰ ਕੀ ਮਿਲਣਾ? ਕੁਛ ਨਹੀਂ। ਸੋ ਇਹ ਇੱਕ ਗੱਲ ਆਪਾਂ ਨੋਟ ਕਰੀਏ ਕਿ ਵਟ ਫਾਰ ਦਿਸ ਸੈਸ਼ਨ
ਐਂਡ ਵਾਈ ਦਿਸ ਐਕਸਪੈਂਡੀਚਰ ਦਾ ਬੋਝ ਲੋਕਾਂ ਦੇ ਸਿਰ ਤੇ ਕਿਉਂ ਪੈ ਰਿਹਾ। ਸੋ ਇਹ ਇੱਕ ਬੜੀ ਮੋਰੈਲਿਟੀ, ਜਿਵੇਂ ਮੈਂ ਕਿਹਾ, ਉਸ ਗੱਲ ਲਈ ਉਸ ਦੇ ਖਿਲਾਫ ਕਰ ਰਹੇ ਤੇ ਇਹਨਾਂ ਦੇ ਹੱਕ 'ਚ ਨਹੀਂ ਜਾਣੀ। ਪਬਲਿਕ ਆਫ ਪੰਜਾਬ ਜਿਹੜੀ ਹੈ ਉਹ ਇਹਨਾਂ ਦੇ ਨਾਲ ਇਸ ਇਸ਼ੂ ਤੇ ਨਹੀਂ ਖੜੀ ਹੋਈ। ਭਾਸਕਰ ਸਾਹਿਬ, ਜਦੋਂ ਮੁੱਖ ਮੰਤਰੀ ਜਰਮਨ ਦੌਰੇ ਤੋਂ ਵਾਪਸ ਆਉਂਦੇ ਤੇ ਉਹ ਸਿੱਧੇ ਕੇਜਰੀਵਾਲ ਸਾਹਿਬ ਨੂੰ ਉਹਨਾਂ ਦੀ ਰਿਹਾਇਸ਼ ਤੇ ਮਿਲਦੇ, ਤੇ ਉਸ ਤੋਂ ਬਾਅਦ ਉਹ ਇੱਕ ਟਵੀਟ ਜਿਹੜਾ ਕਰਦੇ ਨੇ ਉਹ 올ਡ ਪੈਨਸ਼ਨ ਨੂੰ ਲੈ ਕੇ ਤੇ ਦੂਜਾ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ। ਕੱਲ ਕੈਬਨਿਟ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹਨੂੰ ਸਹਿਮਤੀ ਦਿੱਤੀ ਗਈ ਸੀਗੀ। ਇਹ ਦਰਮਿਆਨ ਦੇ ਵਿੱਚ ਜੋ ਕੁਝ ਵੀ ਆ ਉਹ ਸਾਰਾ ਕੁਝ ਜਿਵੇਂ ਡਿਕਟੇਟ ਕੀਤਾ ਗਿਆ ਹੁੰਦਾ ਮੁੱਖ ਮੰਤਰੀ ਨੂੰ, ਅੰਦਰ ਜਿਹੜਾ ਇੱਕ ਪ੍ਰਭਾਵ ਜਾਊਗਾ ਉਹਦੇ ਵਿੱਚ ਸਰਕਾਰ ਦੀ ਕਿਰਕਰੀ ਦੇ ਨਜ਼ਰੀਓਂ ਭਗਵੰਤ ਮਾਨ ਨੂੰ ਦੋਸ਼ੀ ਠਹਿਰਾਇਆ ਜਾਊਗਾ। ਦੂਜੀ ਗੱਲ ਕਿ ਕੀ ਦਿੱਲੀ ਦਾ ਜਿਹੜਾ ਦਖਲ ਬਾਰ-ਬਾਰ ਇੱਕ ਕਿਹਾ ਜਾਂਦਾ ਹੈ ਕਿ ਸਟੇਟ ਗਵਰਨਮੈਂਟ ਨੂੰ ਸਿੱਧੇ ਰੂਪ ਦੇ ਵਿੱਚ ਦਿੱਲੀ ਰਨ ਕਰ ਰਹੀ ਹੈ, ਚਲਾ ਰਹੀ ਹੈ ਔਰ ਡਿਕਟੇਟ ਕੀਤੀਆਂ ਜਾਂਦੀਆਂ ਚੀਜ਼ਾਂ, ਇੱਕ ਵਾਰੀ ਇਹ ਬਹਿਸ ਫਿਰ ਪੱਕੂਗੀ। ਦੂਜੀ ਗੱਲ, ਇਹਦੇ ਅਸਰ ਕੀ ਹੋਣ ਵਾਲੇ ਆ ਜਦੋਂ ਕੋਈ ਏਡਾ ਵੱਡਾ ਸਟੈਪ ਜਿਹੜਾ ਉਹ ਤੁਹਾਨੂੰ ਪਿਛਲਖੁਰੀ ਮੋੜਨਾ ਪੈਂਦਾ ਹੈ, ਜਦੋਂ ਤੁਹਾਨੂੰ ਰੋਕ ਲਾਤੀ ਜਾਂਦੀ ਹੈ ਤੇ ਅਫਸਰਸ਼ਾਹੀ 'ਚ ਬਹਿਸ ਬੜੀ ਵੱਡੀ ਹੋਊਗੀ। ਸਰਕਾਰ ਦੀ ਨਾ ਅਹਿਲੀਅਤ ਇਹਦੇ ਵਿੱਚ ਆਊਗੀ। ਹਾਲਾਂਕਿ ਅਸੀਂ ਇਹ ਸ਼ਬਦ ਭਾਰਾ ਹੈ, ਇਹਨੂੰ ਨਹੀਂ ਵਰਤਣਾ ਚਾਹੁੰਦੇ। ਸਰਕਾਰ ਦਾ ਗੈਰ ਅਨੁਭਵੀ ਜਾਂ ਅਨੁਭਵ ਦੀ ਘਾਟ ਹੋਣਾ ਇਹਦੇ ਵਿੱਚ ਮੰਨਿਆ ਜਾਊਗਾ। ਇਹਨੂੰ ਕਿਵੇਂ ਲਈਏ? ਕੱਲ ਸਾਰਾ ਦਿਨ ਸੱਤਾ ਤੇ ਗਲਿਆਰਿਆਂ 'ਚ ਕੀ ਚਰਚਾ ਰਹਿਣ ਵਾਲੀ ਹੈ? ਜਰਾ ਲਾਓ ਹਟੇਵਾ। ਦੇਖੋ, ਕੱਲ ਦੇ ਸੈਸ਼ਨ ਨਾ ਹੋਣ ਨਾਲ ਪੰਜਾਬ ਦੇ ਲੋਕਾਂ ਨੂੰ ਤੇ ਪੰਜਾਬ ਦੀ ਸਰਕਾਰ ਦੇ ਉੱਤੇ ਬਹੁਤਾ ਕੋਈ ਇੰਪੈਕਟ ਨਹੀਂ ਪੈਣਾ। ਹਾਂ, ਸਰਕਾਰ ਨੇ ਜਿਹੜੀ ਗੱਲ ਕੁਝ ਦਿਨ ਪਹਿਲੇ ਜਦ ਗਵਰਨਰ ਸਾਹਿਬ ਜਦ ਗਏ ਸੀਗੇ ਬਾਰਡਰ ਡਿਸਟ੍ਰਿਕਟ ਦੇ ਏਰੀਆਜ਼ ਦੇ ਵਿੱਚ, ਉਹਦੇ ਵਿੱਚ ਇੱਕ ਦੋ ਇਲਜ਼ਾਮ ਗਵਰਨਰ ਸਾਹਿਬ ਦੇ ਉੱਤੇ ਲੱਗੇ ਸੀਗੇ ਕਿ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਜਾਂ ਪੰਜਾਬ ਸਰਕਾਰ ਦੇ ਕੰਮਕਾਜ ਦੇ ਵਿੱਚ ਇੱਕ ਤਰੀਕੇ ਨਾਲ ਇੰਟਰਫੇਅਰ ਕਰ ਰਹੇ ਨੇ। ਉਹਨਾਂ ਐਲੀਗੇਸ਼ਨ ਤੋਂ ਬਾਅਦ ਹੁਣ ਗਵਰਨਰ ਸਾਹਿਬ ਦਾ ਕੱਲ ਦੇ ਸੈਸ਼ਨ ਦੀ ਅਨੁਮਤੀ ਨਾ ਦੇਣਾ ਉਹ ਆਪਣੇ ਆਪ ਵਿੱਚ ਇੱਕ ਪੋਲਿਟੀਕਲ ਡਿਸਕਸ਼ਨ ਦਾ ਤੇ ਵਿਸ਼ਾ ਬਣੇਗਾ, ਪਰ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੋਈ ਵੱਡਾ ਹੁੰਗਾਰਾ ਮਿਲੇ ਲੋਕਾਂ ਤੋਂ, ਇਹ ਗੱਲ ਲੱਗਦੀ ਨਹੀਂ। ਸਰਦਾਰ ਸਾਹਿਬ, ਆਖਰੀ ਸਵਾਲ ਹੈ, ਆਪਾਂ ਮੈਂ ਇੱਕ ਗੱਲ ਅਰਜ਼ ਕਰਨਾ। ਹਾਂਜੀ, ਤੁਸੀਂ ਮੈਂਸ਼ਨ ਕੀਤਾ ਦਿੱਲੀ ਦੀ ਮੀਟਿੰਗ ਦਾ। ਹਾਂ, ਦੇਖੋ, ਇਹ ਪਾਰਟੀ ਹੈ, ਪਾਰਟੀ ਦੇ ਪ੍ਰਧਾਨ ਨੂੰ ਐਵਰੀ ਰਾਈਟ ਹੈ, ਕਿਉਂਕਿ ਕੇਜਰੀਵਾਲ ਜੀ ਇਸ ਪਾਰਟੀ ਦੇ ਇੰਡੀਆ ਦੇ ਹੈਡ ਹੈ, ਕਿ ਹੀ ਕੈਨ ਕਾਲ ਐਨੀ ਮੀਟਿੰਗ। ਪਰ ਕੀ ਚੰਗਾ ਨਾ ਹੁੰਦਾ ਜੇ ਉਹ ਇਕੱਲੇ ਆਪ ਚੰਡੀਗੜ੍ਹ ਆ ਕੇ ਐਮਐਲਏ ਨੂੰ ਮਿਲਦੇ, ਨਾ ਕਿ ਨਵੇਂ ਐਮਐਲਏ ਨਾਲ ਕਿੰਨਾ ਸਟਾਫ ਇਹ ਸਾਰੇ ਦਿੱਲੀ ਗਏ। ਇੱਕ ਮੀਟਿੰਗ ਘੰਟੇ ਦੀ ਕਰਨ ਲਈ ਹੀ ਕੁਡ ਆਪਣਾ ਜਹਾਜ਼ ਲਾਓ, ਫਲਾਈਟ ਲਾਓ, ਕਰਕੇ ਤੇ ਘੰਟੇ 'ਚ ਮੁੜ ਜਾਓ। ਕਿੰਨਾ ਇਹ ਚੰਗਾ ਹੁੰਦਾ ਕਿ ਦੇ ਸ਼ੁੱਡ ਹੈਵ ਸੈਟ ਏ ਨਿਊ ਪੈਟਰਨ ਕਿ ਉਹ ਆਏ, ਇਸ 'ਚ ਹਰਜ ਕੋਈ ਨਹੀਂ ਹੋਣਾ। ਇਹ ਏਡਾ ਵੱਡਾ ਸਾਰੀ ਸਰਕਾਰ ਸਣੇ ਸਪੀਕਰ ਸਾਹਿਬ ਦੇ ਸਾਰੇ ਉੱਥੇ ਪਹੁੰਚੇ, ਸਾਰਾ ਦਿਨ ਦੀ ਮੀਟਿੰਗ ਚੱਲ ਰਹੀ ਹੈ। ਸੋ ਮੈਨੂੰ ਤਾਂ ਇਹ ਨਹੀਂ ਸਮਝ ਆਈ ਕਿ ਇਹ ਏਡਾ ਵੱਡਾ, ਇਹ ਵੀ ਤਾਂ ਏਡਾ ਵੱਡਾ ਬੋਝ ਇਹਨਾਂ ਖਰਚੇ ਦਾ, ਆਉਣ ਜਾਣ ਦਾ, ਗੈਸਟ ਹਾਊਸ ਰੱਖੋ ਜੀ, ਕਿੰਨਾ ਕੁਝ ਹੋਇਆ ਬਟ ਫਾਰ। ਸੋ ਇਹ ਵੀ ਇੱਕ ਪ੍ਰਾਪੇਗੰਡਾ ਵਾਰ ਦਾ ਕੇਸ ਹੈ ਵਿਚ ਕੁਡ ਹੈਵ ਬੀਨ ਅਵਾਇਡਡ। ਜੀ, ਮੈਂ ਸਰਦਾਰ ਸਾਹਿਬ ਆਖਰੀ ਸਵਾਲ ਜਿਹੜਾ ਮੇਰਾ ਬਹੁਤ ਅਹਿਮ ਸਵਾਲ ਆ, ਮੇਰੇ ਖਿਆਲ ਇਹ ਸਾਰੇ ਅੱਜ ਦੀ ਸਾਡੀ ਗੱਲਬਾਤ ਦਾ ਮੇਨ ਸਵਾਲ ਹੋਊਗਾ ਕਿ ਕੀ ਸੰਘੀ ਢਾਂਚੇ ਨੂੰ ਲੈ ਕੇ ਸਾਡੇ ਦੇਸ਼ ਦਾ ਜਿਹੜਾ ਫੈਡਰਲ ਸਿਸਟਮ ਹੈ, ਰਾਜਾਂ ਦੇ ਆਪਣੇ ਅਖਤਿਆਰਾਤ ਨੇ, ਕੇਂਦਰ ਦੇ ਆਪਣੇ ਨੇ, ਇਹ ਸਵਾਲ ਨਹੀਂ ਉੱਠੂਗਾ ਕੱਲ ਨੂੰ? ਇਹ ਨਹੀਂ ਕਿਹਾ ਜਾਊਗਾ ਕਿ ਰਾਜ ਦੇ ਕੰਮਾਂ 'ਚ ਦਖਲ ਦਿੱਤਾ ਕੇਂਦਰ ਨੇ ਅਸਿੱਧੇ ਰੂਪ ਦੇ ਵਿੱਚ? ਤੁਹਾਨੂੰ ਲੱਗਦਾ ਇਹ ਟਕਰਾਅ ਪੈਦਾ ਹੋਊਗਾ? ਵੈਸੇ ਤਾਂ ਸਰਕਾਰ ਬਚਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਗਵਰਨਮੈਂਟ ਨੇ ਗਵਰਨਰ ਨਾਲ ਕੋਈ ਟਕਰਾਅ ਨਹੀਂ ਪੈਦਾ ਕੀਤਾ। ਜਦੋਂ ਗਵਰਨਰ ਸਾਹਿਬ ਕਹਿੰਦੇ ਵੀ ਮੇਰੇ ਨਾਲ ਅਫਸਰਸ਼ਾਹੀ ਜਾਵੇ, ਉਹ ਜਾਂਦੀ ਹੈ। ਗਵਰਨਰ ਦੇ ਸੱਜੇ ਖੱਬੇ ਚੀਫ ਸੈਕਟਰੀ ਔਰ ਡੀਜੀਪੀ ਅਕਸਰ ਦੇਖੇ ਜਾਂਦੇ ਆ। ਸੋ ਸਵਾਲ ਇਹ ਹੈ ਕਿ ਕੀ ਟਕਰਾਅ ਹੁਣ ਸ਼ੁਰੂ ਹੋ ਜਾਊਗਾ? ਕਿਉਂਕਿ ਹੁਣ ਸਿੱਧਾ ਪਹਿਲੀ ਵਾਰੀ ਕੋਈ ਫੈਸਲਾ ਰੋਕਿਆ ਗਿਆ, ਮੋੜਿਆ ਗਿਆ। ਤੁਹਾਨੂੰ ਲੱਗਦਾ ਇਹ ਇੱਕ ਰੌਲਾ ਪਊਗਾ ਕਿ ਸੰਘੀ ਢਾਂਚਾ ਕਿੱਥੇ ਆ? ਇਹ ਕੇਂਦਰ ਤੇ ਬੜਾ ਤੁਸੀਂ ਅਹਿਮ ਸਵਾਲ ਲਿਆ। ਇੰਡੀਆ ਜਿਹੜਾ ਨਾ ਫੈਡਰਲ ਸਟਰਕਚਰ ਤੇ ਖੜਾ, ਰਾਜ ਸਭਾ ਕੌਂਸਲ ਆਫ ਸਟੇਟਸ ਕੋ ਆਉਂਦੀ ਹੈ ਕਿ ਉੱਥੇ ਐਮਪੀ ਜਾਉਣ ਤੇ ਸਟੇਟਾਂ ਦੀ ਨੁਮਾਇੰਦਗੀ ਕਰਦੇ ਨੇ। ਸਿਸਟਮ ਹੈ ਔਰ ਉਸ ਸਿਸਟਮ ਦਾ ਬਹੁਤ ਵੱਡਾ ਬੈਨੀਫਿਟ ਹੈ, ਇਹ ਰਹਿਣਾ ਚਾਹੀਦਾ। ਲੇਕਿਨ ਤੁਸੀਂ ਬੜੇ ਦੋਨੋਂ ਬੈਠੇ ਹੋ ਟਾਪ ਜਰਨਲਿਸਟ, ਦੇਖੋ ਜਿੰਨੇ ਗਵਰਨਰ ਪਹਿਲਾਂ ਰਹੇ ਇਨ ਡਿਫਰੈਂਟ ਸੀਐਮ, ਇੱਕ ਵਾਰੀ ਵੀ ਕਿਸੇ ਦਾ ਕਲੈਸ਼ ਨਹੀਂ ਹੋਇਆ ਐਕਸੈਪਟ ਕਿ ਕੋਈ ਬਿੱਲ ਗਿਆ ਹੋਵੇ, ਰੋਕ ਲਿਆ ਹੋਵੇ ਲੰਬੇ ਟਾਈਮ ਲਈ। ਹੁਣ ਦੇਖੋ ਪਿਛਲੇ ਗਵਰਨਰ ਸਾਹਿਬ ਇੱਥੋਂ ਜਿਹੜੇ ਰਹੇ ਰਾਜਸਥਾਨ ਵਾਲੇ ਕਾਂਗਰਸ ਟਾਈਮ ਵਿੱਚ, ਇੱਕ ਵਾਰੀ ਵੀ ਕੋਈ ਕਲੈਸ਼ ਨਹੀਂ। ਕੋਈ ਅੱਜ ਤੱਕ ਮੈਂ ਨਹੀਂ ਸੁਣਿਆ ਕਿ ਵਿਦਨ ਗਵਰਨਰ ਨੇ ਪੰਜਾਬ ਵਿੱਚ ਕਦੇ ਕਿਸੇ ਸਟੇਟ ਦਾ, ਸਾਡੀ 'ਚ ਨਹੀਂ ਹੋਇਆ। ਵਰਨਾ ਬਾਕੀ ਸਟੇਟਾਂ ਕਿਤੇ ਝਗੜਾ ਹੋ ਰਿਹਾ ਵਾਈਸ ਚਾਂਸਲਰ ਲੱਗਣ ਦਾ, ਕਿਤੇ ਲੱਗਣਾ ਹੋ ਰਿਹਾ ਡਿਫਰੈਂਟ, ਕਿਵੇਂ MLC ਦਾ
ਮਹਾਰਾਸ਼ਟਰ 'ਚ ਦੇਖਿਆ, ਉਹ ਫਾਈਲ ਹੀ ਪਈ ਰਹੀ, ਉਹ ਸੀਐਮ ਦੀ ਮਿਆਦ ਹੀ ਖਤਮ ਹੋਣ ਲੱਗੀ ਸੀ, ਅਖੀਰ ਉਹ ਸੁਪਰੀਮ ਕੋਰਟ ਨੇ ਲਿਆਂਦੀ। ਸੋ ਬੜੇ ਪੰਜਾਬ ਲੱਕੀ ਹੈ ਕਿ ਪੰਜਾਬ ਵਿੱਚ ਕੋਈ ਜਿਤਨੇ ਗਵਰਨਰ ਆਏ ਪਹਿਲਾਂ ਉਹਨਾਂ ਦਾ ਸਟੇਟ ਨਾਲ ਕਲੈਸ਼ ਨਹੀਂ ਹੋਇਆ। ਪਰ ਅੱਜ ਵੀ ਮੈਂ ਸਮਝਦਾ ਇਹ ਦਿਸ ਇਜ਼ ਨਾਟ ਏ ਕਲੈਸ਼, ਆਪਾਂ ਇਹਨੂੰ ਉਸ ਕਲੈਸ਼ ਪਹਿਲਾਂ ਲੈ ਕੇ ਜਾਈਏ। ਅੱਜ ਦਾ ਮੈਂ ਸਮਝਦਾ ਗਵਰਨਰ ਦੀ ਐਡਵਾਈਸ ਹੈ, ਆਈ ਥਿੰਕ ਦਿਸ ਇਜ਼ ਐਡਵਾਈਸ ਟੂ ਏ ਗੁੱਡ ਕਾਜ਼। ਇਹਨੂੰ ਕਲੈਸ਼ ਦੇ ਵਿੱਚ ਹੀ ਆਰਾਮ ਨਾ ਸਮਝੀਏ ਵੀ ਇਹ ਕੋਈ ਕੀਤਾ ਹੋਵੇ, ਕਿਉਂਕਿ ਪਿਛਲੇ ਜਦ ਦੀ ਸਰਕਾਰ ਆਈ ਹੈ ਹੋਰ ਕੋਈ ਇਸ਼ੂ ਨਹੀਂ ਆਇਆ। ਇਹਨਾਂ ਨੇ ਦੱਸਿਆ ਭਾਸਕਰ ਸਾਹਿਬ ਨੇ ਗਵਰਨਰ ਦਾ ਟੂਰ, ਤੇ ਉਹ ਟੂਰ ਤੇ ਵੈਸੇ ਗਵਰਨਰ ਆਮ ਜਾਂਦੇ ਰਹਿੰਦੇ ਸੀ ਪਹਿਲਾਂ ਰੈੱਡ ਕਰਾਸ ਦੀਆਂ ਫੰਕਸ਼ਨਾਂ ਤੇ, ਹੋਰ ਪੰਜਾਬ ਦੇ ਇਹ ਪਹਿਲਾਂ ਆਮ ਹੁੰਦਾ ਸੀ। ਕਿ ਗਵਰਨਰ ਪਹਿਲਾਂ ਬਹੁਤ ਟੂਰ ਕਰਦੇ ਸੀ, ਮੈਂ ਦੇਖਿਆ, ਮੈਂ ਵੀ ਤਾਂ ਪੰਜਾਬ ਸਰਕਾਰ ਦਾ ਹੀ ਇੰਪਲਾਈ ਹਾਂ। ਗਵਰਨਰ ਜਿੰਨੇ ਵੀ ਪੰਜਾਬ 'ਚ ਆਏ ਉਹ ਐਕਟਿਵ ਰਹੇ ਟੂ ਗੋ ਔਨ ਟੂਰ, ਲੇਕਿਨ ਕਦੇ ਕਲੈਸ਼ ਨਹੀਂ ਹੋਇਆ ਸਟੇਟ ਗਵਰਨਮੈਂਟ ਗਵਰਨਰ। ਜੀ ਸਰਦਾਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ, ਪਰ ਜਿਨ੍ਹਾਂ ਦਾ ਨੱਕ ਵੱਢ ਕੇ ਹੱਥ 'ਚ ਫੜਾ ਦਿੱਤਾ ਗਿਆ ਵੇ, ਚੀਕਾਂ ਤੇ ਮਾਰਨਗੇ, ਚੀਕਾਂ ਤੇ ਵੱਜਣਗੀਆਂ, ਕੱਲ ਵੱਜਣੀਆਂ ਵੀ ਚਾਹੀਦੀਆਂ, ਔਰ ਰੌਲਾ ਤੇ ਇਹੀ ਪਊਗਾ ਨਾ ਵੀ ਆਹ ਵੇਖ ਲਓ ਆ ਸਾਡੀ ਸੰਘੀ, ਜੇ ਸੰਘੀ ਢਾਂਚੇ ਦੀ ਸੰਘੀ ਘੁੱਟਤੀ ਚੰਗੀ ਤਰ੍ਹਾਂ, ਔਰ ਇਹ ਰੌਲਾ ਪੈਣਾ, ਆਪਾਂ ਰੌਲਾ ਇੰਜੋਏ ਕਰਾਂਗੇ। ਖੈਰ ਜਦੋਂ ਟਕਰਾਅ ਹੁੰਦੇ ਆ ਜਦੋਂ ਲੋਕਾਂ ਦੇ ਕਾਂਗਰਸ ਨੇ ਕੀਤੀ ਹੈ, ਅਫਸਰ ਉਹ ਵੀ ਤਾਂ ਆਪੋਜੀਸ਼ਨ ਪਾਰਟੀ ਹੈ, ਜਿੰਨੇ ਅੱਜ ਕੰਪਲੇਂਟ ਗਏ ਗਵਰਨਰ ਕੋਲ ਉਹਨਾਂ ਤੋਂ ਜ਼ਿਆਦਾ ਐਮਐਲਏ ਉਹ ਸਾਰੇ ਉਹ ਬਹੁਤ ਰੌਲਾ ਉਹ ਪਾ ਰਹੇ ਸੀ, ਰੋਕੋ ਰੋਕੋ। ਹਾਂ, ਉਹਨਾਂ ਨੂੰ ਲੱਗਦਾ ਹੈ ਵੀ ਸਾਡੀ ਬੇਇੱਜ਼ਤੀ ਹੋ ਜਾਣੀ ਹੈ, ਇਹ 92 ਦੇ 92 ਇਕੱਠੇ ਹੋ ਜਾਣੇ। ਦੇਖੋ ਲੜਾਈ ਹੈਗੀ ਹੈ ਬੀਜੇਪੀ ਔਰ ਆਪ ਦੀ, ਤੇ ਕਾਂਗਰਸ ਵਾਲੇ ਵੀ ਡਟ ਕੇ ਕਹੇ ਜੀ ਸੈਸ਼ਨ ਰੋਕੋ। ਭਾਸਕਰ ਸਾਹਿਬ ਆਖਰੀ ਗੱਲ ਕੋਈ ਸਿਰਫ ਇੱਕ ਲਾਈਨ। ਦੇਖੋ ਕੱਲ ਲਕੀਰ ਪਿੱਟਣ ਦਾ ਗੱਲ ਹੈਗੀ ਹੈ, ਕੱਲ ਭਾਜਪਾ ਕਹੇਗੀ ਜੋ ਕੁਝ ਹੋਇਆ ਬੜੇ ਸੰਵਿਧਾਨਿਕ ਤਰੀਕੇ ਨਾਲ ਹੋਇਆ। ਆਮ ਆਦਮੀ ਪਾਰਟੀ ਦਾ ਇਹ ਬਿਆਨ ਆਏਗਾ, ਦੇਖੋ ਜੀ ਸੰਘੀ ਢਾਂਚਾ ਖਤਰੇ ਤੇ ਹੈਗਾ, ਅਲੋਕਤੰਤਰਿਕ ਤਰੀਕੇ ਨਾਲ ਗਵਰਨਰ ਨੇ ਇਹ ਫੈਸਲਾ ਲਿੱਤਾ ਹੈ। ਜਿਹੜੀ ਦਿੱਲੀ ਦੇ ਵਿੱਚ ਵਿਨੇ ਕੁਮਾਰ ਸਕਸੈਨਾ ਉਹਨਾਂ ਨਾਲ ਕੇਜਰੀਵਾਲ ਦੀ ਇੱਕ 36 ਦਾ ਅੰਕੜਾ ਰਹਿੰਦਾ ਸੀਗਾ, ਉਹੀ 36 ਦੇ ਅੰਕੜੇ ਵੱਲ ਪੰਜਾਬ ਵੀ ਵੱਧ ਸਕਦਾ ਹੈ, ਇਸ ਗੱਲ ਦੀ ਤੇ ਲੱਗਦਾ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਬਹੁਤਾ ਰੌਲਾ ਇਸ ਮੁੱਦੇ ਤੇ ਆਮ ਆਦਮੀ ਪਾਰਟੀ ਪਾਏਗੀ ਨਹੀਂ, 2-4 ਵਾਰ ਆਵਾਜ਼ਾਂ ਜ਼ਰੂਰ ਉੱਠਣਗੀਆਂ, ਉਸ ਤੋਂ ਬਾਅਦ ਝਾਕ ਬਣ ਕੇ ਬਹਿ ਜਾਏਗੀ, ਕਿਉਂਕਿ ਇਹਦੇ ਵਿੱਚ ਲੋਕਾਂ ਦਾ ਸਮਰਥਨ ਆਮ ਆਦਮੀ ਪਾਰਟੀ ਨਾਲ ਜੁੜੇਗਾ। ਇਹਦੇ ਉੱਤੇ ਇੱਕ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ, ਕਿਉਂਕਿ ਵਾਕਈ ਵਿਸ਼ਵਾਸ ਮਤ ਦੀ ਲੋੜ ਹੀ ਨਹੀਂ ਸੀ, ਜਿਸ ਚੀਜ਼ ਦੀ ਲੋੜ ਹੀ ਨਹੀਂ ਸੀ ਉਸ ਚੀਜ਼ ਨੂੰ ਤੁਸੀਂ ਲੈ ਕੇ ਆ ਰਹੇ ਹੋ, ਔਰ ਕਿਉਂ ਲੈ ਕੇ ਆ ਰਹੇ ਹੋ ਇਹਦਾ ਕੋਈ ਜਸਟੀਫਿਕੇਸ਼ਨ ਹੈ ਹੀ। ਦੇ ਆਰ ਔਨ ਵੀਕ ਲੈਗਸ ਟੂ ਅਪੋਜ਼। ਔਰ ਇਹਦੇ ਚ ਲਾਸਟ ਗੱਲ ਮੈਂ ਕਹੂੰਗਾ ਵੀ ਬਾਜਵਾ ਸਾਹਿਬ, ਖਹਿਰਾ ਸਾਹਿਬ ਇਹ ਕੱਲ ਪੂਰਾ ਦਿਨ ਆਪਣੀ ਕਾਲਰ ਚੁੱਕਦੇ ਰਹਿਣਗੇ, ਔਰ ਵੇਖਿਆ ਢਾਲੇ ਨਾ ਅਸੀਂ 92 ਦੇ 92 ਰੋਕਤੇ ਨਾ, ਉਹ ਕਹਿਣ ਦਾ ਮੌਕਾ ਉਹਨਾਂ ਨੂੰ ਜ਼ਰੂਰ ਮਿਲੇਗਾ। ਬਹੁਤ ਮਿਹਰਬਾਨੀ, ਧੰਨਵਾਦ ਜੀ, ਥੈਂਕ ਯੂ ਜੀ, ਥੈਂਕ ਯੂ।